ਜਦੋਂ ਵੀ ਮੈਂ ਹੱਦੋਂ ਵੱਧੀ ਵਗਦੀ ਸੜਕ ਦੇ ਚੌਂਕ ਕੋਲ ਲੱਪੜਦਾ ਵਾਂ, ਮੈਨੂੰ ਲੱਗਦਾ ਇਸ਼ਾਰੇ ਦੀ ਬੱਤੀ ਲਾਲ ਹੈ। ਪਰ ਪਤਾ ਨਹੀਂ ਮੁੜ ਵੀ ਲੋਕੀ ਵਕਤ ਤੱਕ ਇਸ ਚੌਂਕ 'ਚੋਂ ਕਿਵੇਂ ਲੰਘ ਜਾਂਦੇ ਨੇ। ਚੌਂਕ ਕੋਲ ਲੱਪੜ ਕੇ ਮੈਂ ਗੱਡੀ ਦੀ ਬ੍ਰੇਕ 'ਤੇ ਪੈਰ ਧਰ ਕੇ ਇਸ਼ਾਰਾ ਖੁੱਲ੍ਹਣ ਦੀ ਉਡੀਕ ਕਰਨ ਲੱਗ ਪੈਂਦਾ ਵਾਂ। ਪਿੱਛੋਂ ਮੋਟਰਾਂ, ਰਕਸ਼ਿਆਂ ਅਤੇ ਵੈਗਨਾਂ ਦੇ ਹਾਰਨ ਮੇਰੇ ਕੰਨਾਂ ਦੇ ਪਰਦੇ ਪਾੜਨ ਨੂੰ ਪੈਂਦੇ ਨੇ ਅਤੇ ਮਜਬੂਰ ਹੋ ਕੇ ਮੈਨੂੰ ਵੀ ਗੱਡੀ ਬੰਦ ਇਸ਼ਾਰੇ ਤੋਂ ਲੰਘਾਉਣੀ ਪੈਂਦੀ ਹੈ। ਅਤੇ ਮੈਂ ਅਗਲੇ ਇਸ਼ਾਰੇ ਤੀਕਰ ਬੇਇੱਜ਼ਤ ਹੋਣ ਤੋਂ ਬਚਣ ਲਈ ਗੱਡੀ ਸੜਕ ਦੇ ਇੱਕ ਪਾਸੇ ਖਿਲਾਰ ਕੇ ਸਟੀਅਰਿੰਗ ਵੀਲ 'ਤੇ ਸਿਰ ਰੱਖ ਦੇਣਾ ਵਾ ਅਤੇ ਆਉਣ ਵਾਲੀ ਅਗਲੀ ਜ਼ਲਾਲਤ ਲਈ ਆਪਣੇ ਅਸਾਬ ਨੂੰ ਤਿਆਰ ਕਰਨਾ ਵਾ। ਇਹ ਮੇਰੇ ਨਾਲ ਕੋਈ ਅੱਜ ਦਾ ਨਹੀਂ ਹੋ ਰਿਹਾ। ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਮੇਰੇ ਨਾਲ ਐਸੀ ਤਰ੍ਹਾਂ ਹੀ ਹੋ ਰਿਹਾ। ਹਯਾਤੀ ਦੀ ਲੰਬੀ ਸੜਕ ਅਤੇ ਪਿੱਛੋਂ ਦੀ ਇਸ ਬਦਲਿਆਜ਼ੀ ਟ੍ਰੈਫਿਕ ਦਾ ਡਰ ਮੈਨੂੰ ਅੱਗੇ ਵੱਲ ਨਸਾਈ ਜਾਂਦਾ ਹੈ ਅਤੇ ਮੈਂ ਬੇਵਸਾ ਹੱਥਲ ਜਿਹਾ ਨਸਤਾ ਭੱਜਦਾ ਲੱਗਾ ਜਾਂਦਾ ਵਾਂ, ਜਦ ਕਿ ਮੈਂ ਖੁੱਲ੍ਹੀ ਅੱਖੀ ਹਰ ਚੌਂਕ 'ਤੇ ਬੰਦ ਇਸ਼ਾਰਾ ਵੇਖ ਰਿਹਾ ਹੁੰਦਾ ਵਾਂ। ਜਦ ਮੈਨੂੰ ਸਕੂਲੇ ਪਾਇਆ ਗਿਆ ਅਤੇ ਮੈਂ ਪਹਿਲੀ ਵਾਰ ਇਹ ਬੰਦ ਰੱਤਾ ਇਸ਼ਾਰਾ ਤੱਕਿਆ, ਮੇਰੇ ਨਾਲ ਦੇ ਖੇਡਦੇ ਸੰਗੀ ਸਾਥੀ ਮੇਰੀ ਮਨ ਪਰਚਾਵੀਆਂ ਖੇਡਾਂ ਲੁੱਕਣ ਮਿੱਟੀ, ਪਿੱਠੂ ਗੋਲ ਗਰਮ ਅਤੇ ਕੋਕਲਾ ਛੁਪਾ ਕੇ ਜੁਮੇਰਾਤ ਆਈ ਜੇ ਖੇਡਦੇ ਪਏ ਸਨ ਅਤੇ ਉਹਨਾਂ ਵੱਲ ਮੇਰੇ ਮਨ ਦੀ ਖੁੱਲ੍ਹੀ ਸੜਕ ਦਾ ਸਾਵਾ ਇਸ਼ਾਰਾ ਖੁੱਲ੍ਹਿਆ ਸੀ। ਪਰ ਮੈਨੂੰ ਸਕੂਲ ਦੇ ਚੌਂਕ ਵਾਲੇ ਬੰਦ ਰੱਤੇ ਇਸ਼ਾਰੇ 'ਤੇ ਇੰਝ ਖਿਲਾਰ ਦਿੱਤਾ ਗਿਆ ਜੋ ਮੈਂ ਉੱਥੋਂ ਹਿੱਲ ਨਹੀਂ ਸੀ ਸਕਦਾ। ਕੀ ਮੈਂ ਅਲਿਫ ਜ਼ਬਰ ਬੇ ਅਬ ਤੋਂ ਡਰਦਾ ਸਾਂ ਜਾਂ ਜ਼ਬਰ ਬੇ ਤਬ ਤੋਂ ਉਤਰਾਇਆ ਗਿਆ ਸਾਂ? ਇਹ ਗੱਲ ਨਹੀਂ ਸੀ। ਮੈਨੂੰ ਇਹ ਹਰਖ ਸੀ ਬਈ ਮੈਂ ਆਪਣੇ ਸੰਗੀ, ਤੋਤੇ, ਚਿੜੀਆਂ ਨਾਲ ਥੋੜ੍ਹੀ ਚਿਰ ਹੋਰ ਖੇਡ ਲੈਂਦਾ। ਸਕੂਲੇ ਜਾਣ ਲਈ ਤਾਂ ਅਜੇ ਉਮਰ ਪਈ ਸੀ। ਹੁਣ ਮਾਪਿਆਂ ਦੀਆਂ ਝਿੜਕਾਂ ਅਤੇ ਉਸਤਾਦਾਂ ਦੀਆਂ ਡੰਡਿਆਂ ਦੇ ਹਾਰਨ ਮੇਰੀ ਕੰਡ 'ਤੇ ਬਹਿਤਾ ਹਾਰ ਵਰਕਣ ਲੱਗ ਪਏ ਅਤੇ ਮੈਂ ਭੱਜ ਕੇ ਇਸ ਬੰਦ ਰੱਤੇ ਇਸ਼ਾਰੇ ਨੂੰ ਕੱਟਣ 'ਤੇ ਮਜਬੂਰ ਹੋ ਗਿਆ ਅਤੇ ਮੁੜ ਪਤਾ ਨਹੀਂ ਕਦੋਂ ਮੈਂ ਮੈਟ੍ਰਿਕ ਵਾਲੀ ਸੜਕ 'ਤੇ ਅੱਪੜ ਗਿਆ। ਅਤੇ ਮੁੜ ਮੇਰਾ ਵੱਡਾ ਭਰਾ ਮੈਨੂੰ ਨਾਲ ਲੈ ਕੇ ਕਾਲਜ ਦੇ ਰੱਤੇ ਇਸ਼ਾਰੇ ਵਾਲੇ ਗੇਟ 'ਤੇ ਲੈ ਗਿਆ। ਮੈਂ ਆਖਿਆ ਮੈਂ ਇਸ਼ਾਰਾ ਨਹੀਂ ਕੱਟਣਾ। ਉਸ ਆਖਿਆ ਚੱਲਾਂ ਹੋਇਆ ਹੈ, ਹਯਾਤੀ ਦੀ ਭਾਜ ਵਿੱਚ ਇਕੱਲਾ ਰਹਿ ਜਾਏਗਾ। ਮੈਂ ਸੋਚਦਾ ਸਾਂ ਅਜੇ ਕਿਹੜੀ ਕਾਲ ਹੈ। ਅਜੇ ਤਾਂ ਮੈਂ ਦਰਜੀਆਂ ਦੀ ਕੁੜੀ ਮੀਨਾ ਤੋਂ ਇਹ ਪੁੱਛਣਾ ਸੀ ਜਿਸ ਵੇਲੇ ਮੈਂ ਆਪਣੇ ਕੋਠੇ 'ਤੇ ਗੁੱਡੀ ਚਾੜ੍ਹੀ ਹੁੰਦੀ ਏ ਅਤੇ ਉਹ ਆਪਣੇ ਬਨੇਰੇ 'ਤੇ ਖਾਡੀ ਰੱਖ ਕੇ ਖੁੱਲ੍ਹੀਆਂ ਫਰੋਜ਼ੀਆਂ ਅੱਖਾਂ ਨਾਲ ਚਿਰਾਂ ਤਾਈਂ ਮੈਨੂੰ ਕਿਉਂ ਵੇਂਦੀ ਰਹਿੰਦੀ ਸੀ। ਫਿਰ ਪਤਾ ਨਹੀਂ ਉਹਦਾ ਵਿਆਹ ਹੋ ਗਿਆ ਜਾਂ ਉਹ ਕਿਸੇ ਹੋਰ ਸ਼ਹਿਰ ਟੁਰ ਗਈ। ਇੱਕੋ ਹਰਖ ਸੂਲ ਵਾਂਗਰ ਮੇਰੇ ਮਨ ਵਿੱਚ ਚੁੱਭੀ ਰਹਿ ਗਈ। ਜੋ ਮੈਂ ਉਹਦੇ ਤੋਂ ਪੁੱਛਦੇ ਲੈਂਦਾ ਜੋ ਉਹਨੂੰ ਮੇਰੇ ਵਿੱਚ ਕੀ ਨਜ਼ਰ ਆਉਂਦਾ ਸੀ। ਅਤੇ ਜਦ ਮੈਂ ਆਪਣੀ ਸਾਰੀ ਗੁੱਡੀਆਂ ਕਟਵਾ ਕੇ ਕੋਠੇ ਤੋਂ ਲੱਥਾ ਅਤੇ ਆਪਣੇ ਕਮਰੇ ਤੀਕਰ ਅੱਪੜ ਕੇ ਜਿਵੇਂ ਮੈਨੂੰ ਪਿੱਛੋਂ ਕੋਈ ਆਵਾਜ਼ ਪਈ, ਓਏ ਮੂਰਖਾ, ਤੂੰ ਤੇ ਹਯਾਤੀ ਦਾ ਸਭ ਤੋਂ ਮਹਿੰਗਾ ਪਲ ਬਹੁ ਘਾਟਾ ਕਰਵਾ ਬੈਠਾ। ਮੈਂ ਭੱਜ ਕੇ ਮਮਟੀ 'ਤੇ ਗਿਆ ਅਤੇ ਉਸ ਢਲਦੀ ਸ਼ਾਮਾਂ ਵੇਲੇ ਮੈਨੂੰ ਸਾਹਮਣੇ ਅਸਮਾਨਾਂ ਵੱਲ ਆਪਣੇ ਘਰਾਂ ਨੂੰ ਪਲਟਦਿਆਂ ਪੰਛੀਆਂ ਦੇ ਡਾਰਾਂ ਤੋਂ ਵੱਖ ਕੁਛ ਨਜ਼ਰ ਨਾ ਆਇਆ ਅਤੇ ਇੱਕ ਰੋਹਨ ਹਾਕਾ ਜਿਹਾ ਮੁੰਡਾ ਮੇਰੇ ਅੰਦਰ ਕਿਧਰੇ ਨੁੱਕਰ 'ਚ ਖਲੋਤਾ ਹਮੇਸ਼ਾ ਲਈ ਪੱਥਰ ਹੋ ਗਿਆ। ਕਾਲਜ ਵਿੱਚ ਵੀ ਉਹੀ ਇੰਨੀ ਭੱਜਦੀ ਟ੍ਰੈਫਿਕ ਦਾ ਕੜਮਾਸ। ਕੋਈ ਲੀਡਰੀ ਵਾਲੀ ਬੱਸ 'ਤੇ ਬੈਠਾ ਵੋਟਾਂ ਦੀਆਂ ਆਵਾਜ਼ਾਂ ਲਾ ਰਿਹਾ ਸੀ ਅਤੇ ਕੋਈ ਕਿਸੇ ਬੈਂਕ ਜਾਂ ਤਜਾਰਤੀ ਅਦਾਰੇ ਤੀਕਰ ਜਾਣ ਵਾਲੀ ਬੇਵਾਗੀ ਨਸਦੀ ਵੈਗਨ ਵਿੱਚ ਸਵਾਰ ਹੈ। ਮੈਂ ਕਾਲਜ ਦੇ ਬਾਗ ਦੇ ਇੱਕ ਪੁਰਾਣੇ ਬੋਰਡ ਥੱਲੇ ਬਹਿ ਕੇ ਪਹਿਲੀ ਕਹਾਣੀ ਲਿਖੀ ਅਤੇ ਕਹਾਣੀ ਲੰਬੀ ਹੁੰਦੀ ਗਈ। ਮੈਂ ਆਪਣੇ ਪਿਛੋਕੜ ਕਹਾਣੀ ਲਿਖਦਾ ਲਿਖਦਾ ਕਾਲਜ ਦੇ ਕਈ ਇਮਤਿਹਾਨ ਲਗਾ ਬੈਠਾ। ਫਿਰ ਪਿੱਛੋਂ ਤਾਨਿਆਂ, ਮੇਨਿਆਂ ਅਤੇ ਨਲਾਇਕੀ ਦੇ ਤਿੱਖੇ ਹਾਰਨ ਵੱਜਣ ਲੱਗ ਪਏ ਅਤੇ ਜਿਵੇਂ ਮੈਨੂੰ ਅਗਲਾ ਬੰਦ ਇਸ਼ਾਰਾ ਕ੍ਰਾਸ ਕਰਨ ਲਈ ਪਿੱਛੋਂ ਫਿਰ ਧੱਕਾ ਦੇ ਦਿੱਤਾ ਗਿਆ ਸੀ। ਮੈਂ ਕਿਸੇ ਥਾਂ ਸਾਂ, ਕਿਸੇ ਅਦਾਰੇ ਵਿੱਚ ਨੌਕਰ ਕਰਵਾ ਦਿੱਤਾ ਗਿਆ ਸਾਂ ਜਾਂ ਮੈਂ ਇਹੋ ਜਿਹੇ ਹਜ਼ਾਰਾਂ ਅਦਾਰਿਆਂ ਦਾ ਨੌਕਰ ਸਾਂ। ਉੱਥੇ ਸਾਹ ਲੈਣ ਲਈ ਵੀ ਸਾਹ ਦੀ ਮੋਟਰ ਬੰਦ ਕਰਨ ਦਾ ਆਰਡਰ ਨਹੀਂ ਸੀ ਅਤੇ ਮੈਂ ਨਸਤਾ ਭੱਜਦਾ ਡਿੱਗਦਾ ਢਹਿੰਦਾ ਉਸ ਅੰਨੀ ਭਾਜ ਦਾ ਹਿੱਸਾ ਬਣਦਾ ਗਿਆ। ਕਹਾਣੀ ਛੂਹਣ ਦਾ ਕੰਮ ਭੁੱਲਦਾ ਭੁੱਲਦਾ ਮੈਂ ਉੱਕੇ ਜਿਵੇਂ ਕਿਸੇ ਹਨੇਰੀ ਗਲੀ ਵਿੱਚ ਅੱਪੜ ਗਿਆ ਸਾਂ। ਉਸ ਅਦਾਰੇ ਵਿੱਚ ਝੂਠ ਦੀਆਂ ਫਾਈਲਾਂ ਅਤੇ ਮੱਕਰਾਂ ਦੀ ਲੈਜਰਾਂ ਤਿਆਰ ਕਰਨ ਦਾ ਕੰਮ ਜ਼ੋਰਾਂ 'ਤੇ ਸੀ। ਜਿਹੜਾ ਵੀ ਸਰਕਲਰ ਆਉਂਦਾ ਉਹਦੇ ਵੀ ਦਿਖਾਵੇ ਲਈ ਕੌਮ ਅਤੇ ਮਿਲੀ ਤਕਾਜ਼ਿਆਂ 'ਤੇ ਜ਼ੋਰ ਦਿੱਤਾ ਗਿਆ ਹੁੰਦਾ ਸੀ ਅਤੇ ਇਹ ਕੌਮੀ ਅਤੇ ਮਿਲੀ ਤਕਾਜ਼ੇ ਆਪਣੀ ਪਿਛੋਕੜ ਤੋਂ ਵੱਧ ਹੋਏ ਹੁੰਦੇ ਸਨ ਅਤੇ ਮੈਂ ਇਹਨਾਂ ਦੀਆਂ ਖਾਮੀਆਂ ਅਤੇ ਥੋੜਾਂ 'ਤੇ ਨੋਟ ਲਿਖ ਕੇ ਨਵਾਂ ਡਰਾਫਟ ਤਿਆਰ ਕਰਨ 'ਤੇ ਜ਼ੋਰ ਪਾਉਂਦਾ ਅਤੇ ਅਰਜੈਂਟ ਦੀ ਸਲਿੱਪ ਲੱਗੀ ਹੋਈ ਉਹੀ ਫਾਈਲ ਅਗਲੇ ਦਿਹਾੜੇ ਫਿਰ ਮੇਰੇ ਮੇਜ਼ 'ਤੇ ਪਈ ਹੁੰਦੀ। ਬਈ ਚਵਲਾਂ ਭੋਰਨ ਦੀ ਥਾਂ ਉਹ ਡਰਾਫਟ ਤਿਆਰ ਕਰੋ ਜਿਹੜਾ ਰੂਲਸ ਅਤੇ ਰੈਗੂਲੇਸ਼ਨ ਦੇ ਮੁਤਾਬਿਕ ਹੋਵੇ। ਅਤੇ ਫਿਰ ਬੰਦ ਰੱਤੇ ਇਸ਼ਾਰੇ ਤੋਂ
ਇਹਨਾਂ ਫਾਈਲਾਂ ਦੀ ਵਗਾਰ ਵਾਲੀ ਗੱਡੀਆਂ ਵੀ ਲੰਘਾ ਦਿੱਤੀਆਂ ਜਾਂਦੀਆਂ। ਅਤੇ ਫਿਰ ਇੱਕ ਦਿਨ ਰਿਟਾਇਰਮੈਂਟ ਦਾ ਲੈਟਰ ਮਿਲਣ ਮਗਰੋਂ ਮੈਂ ਖੁਸ਼ ਘਰ ਪਰਤਿਆ ਅਤੇ ਸੋਚ ਰਿਹਾ ਸਾਂ ਹੁਣ ਮੈਂ ਆਪਣੇ ਅੰਦਰ ਦੇ ਮਰਦੇ ਹੋਏ ਕਹਾਣੀਕਾਰ ਨੂੰ ਫਿਰ ਤੋਂ ਜਿਉਣ ਦੀ ਸਹੀ ਕਰਾਂਗਾ। ਅਤੇ ਫਿਰ ਜਦੋਂ ਮੈਂ ਆਪਣੇ ਪੁਰਾਣੇ ਮਸਵਦਿਆਂ ਦੀ ਫਾਈਲਾਂ ਤੋਂ ਕੱਟਾ ਝਾੜਿਆ ਅਤੇ ਮੈਨੂੰ ਸਾਰ ਹੋਈ ਜੋ ਮੈਂ ਤੇ ਜਾਗਦਿਆਂ ਵੀ ਕਿਧਰੇ ਸਦੀਆਂ ਸੁੱਤਾ ਰਿਹਾ ਸਾਂ। ਅੱਖ ਖੁੱਲ੍ਹੀ ਅਤੇ ਪਤਾ ਨਹੀਂ ਕਿੰਨੇ ਜੱਗ ਬੀਤ ਗਏ ਸਨ ਅਤੇ ਬਾਹਰ ਸਿੱਕਾ ਵੀ ਬਦਲ ਗਿਆ ਸੀ। ਫਿਰ ਮੈਂ ਸੋਚਿਆ ਖੁਆਰਿਆ ਮੇਰਾ ਵਹਿਮ ਹੀ ਹੋਵੇ। ਅਜੇ ਮੈਂ 60 ਦਾ ਤੇ ਹੋਇਆ ਵਾਂ। ਅਜੇ ਕਿਹੜਾ ਜ਼ਮਾਨਾ ਗੁਜ਼ਰਿਆ ਹੈ। ਹੁਣ ਵੀ ਸਮੇਂ ਦੀ ਟ੍ਰੈਫਿਕ ਅਤੇ ਭੀੜ ਨੇ ਮੈਨੂੰ ਕੁਝ ਡਰਾਇਆ ਤਾਂ ਸੀ, ਪਰ ਫਿਰ ਮੈਂ ਇਸ ਗੱਲੋਂ ਖੁਸ਼ ਸਾਂ ਜੇ ਹੁਣ ਮੈਂ ਉਸ ਅੰਨੀ ਟ੍ਰੈਫਿਕ ਦਾ ਹਿੱਸਾ ਨਹੀਂ ਸਾਂ ਰਿਹਾ ਅਤੇ ਆਰਾਮ ਨਾਲ ਬਹਿ ਕੇ ਹਯਾਤੀ ਦੀ ਪਿਛੋਕੜ ਨਾਲ ਆਪਣਾ ਅਸਲ ਰਿਸ਼ਤਾ ਜੋੜ ਸਕਦਾ ਸਾਂ। ਆਪਣੇ ਭੁੱਲੇ ਵਿਸਰੇ ਇਸ਼ਕ ਦੀ ਜੋਤ ਫਿਰ ਤੋਂ ਜਗਾ ਸਕਦਾ ਸਾਂ ਅਤੇ ਇੱਕ ਜਿਉਂਦੇ ਬੰਦੇ ਦਾ ਜੀਵਨ ਜੀ ਸਕਦਾ ਸਾਂ। ਪਰ ਹੁਣ ਸੜਕ ਦੇ ਇੱਕ ਪਾਸੇ ਖਲੋਤਾ ਹਯਾਤੀ ਦੀ ਗੱਡੀ ਦੇ ਸਟੀਅਰਿੰਗ ਵੀਲ 'ਤੇ ਸਰ ਸੁੱਟ ਕੇ ਆਪਣੀ ਅਸਲ ਕਹਾਣੀ ਯਾਦ ਕਰਾਂ ਅਤੇ ਮੈਨੂੰ ਕੁਝ ਨਹੀਂ ਯਾਦ ਪੈਂਦਾ। ਇੰਝ ਜਾਪਦਾ ਹੈ ਜਿਵੇਂ ਚੇਤਾ ਜਵਾਬਾਂ ਦੇਣ ਲੱਗ ਪਿਆ। ਉਸ ਕਹਾਣੀ ਦਾ ਨਾਂ, ਥਾਂ ਅਤੇ ਸ਼ਹਿਰ ਕਿਹੜਾ ਸੀ? ਇਹ ਕਿਹੜੇ ਵੇਲਿਆਂ ਦੀ ਗੱਲ ਸੀ? ਅਤੇ ਉਸ ਕਹਾਣੀ ਦੇ ਪਾਤਰ ਕੌਣ ਸਨ? ਉਹਨਾਂ ਦੇ ਚਿਹਰੇ ਮੋਹਰੇ ਕਿਸ ਤਰ੍ਹਾਂ ਦੇ ਸਨ? ਉਹ ਕਿੱਥੇ ਖੇਡਦੇ ਸਨ ਅਤੇ ਕਿਹੜੀਆਂ ਖੇਡਾਂ ਪਕਾਉਂਦੇ ਸਨ? ਪਿੱਠੂ ਗਰਮ ਸੀ ਜਾਂ ਕੋਕਲਾ ਛਪਾਕੀ ਸੀ? ਕੋਠੇ 'ਤੇ ਕੌਣ ਗੁੱਡੀਆਂ ਝਾੜਦਾ ਸੀ ਅਤੇ ਸਾਹਮਣੇ ਬਨੇਰੇ 'ਤੇ ਠੋਡੀ ਰੱਖ ਕੇ ਉਹਨੂੰ ਵੇਖਣ ਵਾਲਾ ਕੌਣ ਸੀ? ਅਤੇ ਫਿਰ ਉਹ ਕਦੋਂ ਅਤੇ ਕਿਹੜੇ ਵੇਲੇ ਕੋਠੇ ਤੋਂ ਲੱਥਾ ਅਤੇ ਹਯਾਤੀ ਦੀ ਕਿਹੜੀ ਸੜਕ 'ਤੇ ਗਵਾਚ ਗਿਆ? ਮੈਨੂੰ ਲੱਗਾ ਜੋ ਅੱਜ ਸ਼ਹਿਰ ਦੀ ਸੜਕਾਂ ਦੇ ਸਾਵੇ ਪੀਲੇ ਅਤੇ ਰੱਤੇ ਸਾਰੇ ਇਸ਼ਾਰੇ ਖੁੱਲ੍ਹੇ ਨੇ। ਚਾਰੇ ਪਾਸਿਓਂ ਲੋਕੀ ਗੱਡੀਆਂ, ਟਰੱਕਾਂ, ਬੱਸਾਂ, ਵੈਗਨਾਂ, ਸਕੂਟਰਾਂ ਅਤੇ ਰਕਸ਼ਿਆਂ ਨੂੰ ਵੱਗ ਤੱਕ ਨਸਾਉਂਦੇ ਇੱਕ ਦੂਜੇ ਵਿੱਚ ਵੱਜ ਰਹੇ ਨੇ ਅਤੇ ਕੋਈ ਵੀ ਇਸ਼ਾਰਾ ਬੰਦ ਨਹੀਂ ਹੁੰਦਾ। ਮੈਨੂੰ ਇੰਝ ਲੱਗਾ ਜਿਵੇਂ ਹਸ਼ਰ ਦਿਹਾੜੇ ਵਾਲਾ ਸ਼ੋਰ ਅਤੇ ਹੁੱਸੜ ਏ ਅਤੇ ਮੇਰੇ ਮੁੜਕੇ ਹੋਏ ਦੇ ਅਖੀਰਲੇ ਸਾਹ ਨੇ। ਮੈਨੂੰ ਲੱਗਾ ਜਿਵੇਂ ਕੋਈ ਤਿੱਖੇ ਹਾਰਨ ਵਾਲੀ ਸਵਾਰੀ ਏ ਜਿਹੜੇ ਮੇਰੇ ਵੱਲ ਭੱਜਦੀ ਆਉਂਦੀ ਏ। ਫਿਰ ਕਿਸੇ ਮੇਰਾ ਮੋਢਾ ਫੜ ਕੇ ਲਾਇਆ। ਕੀ ਗੱਲ ਏ? ਮੈਂ ਪੁੱਛਿਆ। ਉਹ ਬੋਲਿਆ, ਪਛਾਣਦਾ ਨਹੀਂ? ਮੈਂ ਟ੍ਰੈਫਿਕ ਸਾਰਜੈਂਟ ਹਾਂ। ਇੰਨੇ ਚਿਰਾਂ ਦੀ ਇਕੱਲੀ ਸੜਕ 'ਤੇ ਤੂੰ ਗੱਡੀ ਕਾਹਦੇ ਲਈ ਖਿਲਾਰੀ ਹੋਈ ਏ? ਮੈਂ ਦੱਸਿਆ, ਇਸ਼ਾਰਾ ਬੰਦ ਏ। ਉਹ ਬੋਲਿਆ, ਮੂਰਖਾ, ਤੂੰ ਕਿਹੜੇ ਇਸ਼ਾਰੇ 'ਤੇ ਖਲੋਤਾ ਹੈ? ਇੱਥੇ ਤਾਂ ਇਸ਼ਾਰਾ ਹੀ ਕੋਈ ਨਹੀਂ। ਕਾਗਜ਼ ਵਿਖਾ। ਕਾਗਜ਼ ਵੇਖ ਕੇ ਉਹ ਬੋਲਿਆ, ਤੂੰ ਇਹ ਕਿਹੜੇ ਜ਼ਮਾਨੇ ਦੇ ਕਾਗਜ਼ ਬਣਵਾਈ ਫਿਰਦਾ ਹੈ? ਓਏ ਤੂੰ ਕਿਹੜੇ ਜ਼ਮਾਨੇ ਦਾ ਬੰਦਾ ਹੈ? ਗੱਡੀ ਬੰਦ ਹੋਏਗੀ ਤੇਰੀ। ਮੇਰਾ ਤੇ ਜੀ ਇਸ਼ਾਰਾ ਬੰਦ ਏ। ਉਹ ਬੋਲਿਆ, ਚੱਲ ਅੱਗੇ ਲੱਗ। ਇਸ਼ਾਰਾ ਬੰਦ ਆ ਪੁੱਤਰ।